हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਸਾਡੇ ਆਧੁਨਿਕ ਪੰਜਾਬੀ ਕਵੀਆਂ ਬਾਰੇ ਪੜ੍ਹ ਰਹੇ ਸੀ। ਆਧੁਨਿਕ ਪੰਜਾਬੀ ਕਵੀਆਂ ਦੇ ਵਿੱਚ ਆਪਾਂ ਜਿਹੜਾ ਸਾਡਾ ਆਪਣਾ ਲਾਸਟ ਕਵੀ ਸੀ ਉਹ ਪੜ੍ਹਿਆ ਸੀਗਾ ਡਾਕਟਰ ਹਰਭਜਨ ਸਿੰਘ, ਸੁਹਜਵਾਦੀ ਕਵੀ ਹੈ ਜਿਹੜਾ। ਅਗਲਾ ਜਿਹੜਾ ਕਵੀ ਹੈ ਆਪਣਾ ਉਹ ਹੈਗਾ ਜੀ ਸੋਹਣ ਸਿੰਘ ਮੀਸ਼ਾ। ਸੋਹਣ ਸਿੰਘ ਮੀਸ਼ਾ ਆਪਣੀ 10ਵੀਂ ਵਾਲੀ ਬੁੱਕ ਦੇ ਵਿੱਚ ਤਾਂ ਦੇ ਨਹੀਂ ਰੱਖਿਆ। ਸੋ ਸੋਹਣ ਸਿੰਘ ਮੀਸ਼ਾ ਜਿਹੜਾ ਉਹ 12ਵੀਂ ਵਾਲੀ ਬੁੱਕ ਅਤੇ ਨੋਟਸ ਵਾਲੀ ਜਿਹੜੀ A ਕਲਾਸ ਅਤੇ ਉਸ ਤੋਂ ਬਾਅਦ ਇੱਕ ਕਲਾਸ ਤੁਹਾਨੂੰ BA ਦੇ ਵਿੱਚੋਂ ਪ੍ਰੋਵਾਈਡ ਕਰਵਾਈ ਜਾਊਗੀ। ਸੋਹਣ ਸਿੰਘ ਮੀਸ਼ਾ ਸੰਬੰਧੀ 2 ਕਲਾਸਾਂ ਤੁਹਾਨੂੰ ਅਵੇਲੇਬਲ ਹੋਣਗੀਆਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਹਣ ਸਿੰਘ ਮੀਸ਼ਾ। ਸੋਹਣ ਸਿੰਘ ਮੀਸ਼ਾ ਸਾਡਾ ਯਥਾਰਥਵਾਦੀ ਕਵੀ ਹੈ। 2 ਕਵਿਤਾਵਾਂ ਦਿੱਤੀਆਂ ਹੋਈਆਂ ਦੀਆਂ, ਇੱਕ ਹੈਗੀ ਹੈ ਕਵਿਤਾ ਧਰਤੀ ਦੇ ਬੋਲ, ਇੱਕ ਹੈਗੀ ਹੈ ਦੁਸ਼ਮਣੀ ਦੀ ਦਾਸਤਾਨ। ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਨਾ ਵਾਰ-ਵਾਰ ਇਸ ਦਾ ਜਿਹੜਾ ਇੰਡੈਕਸ ਹੈ ਇਸ ਨੂੰ ਦੇਖਦੇ ਰਿਹਾ ਕਰੋ, ਇਹਦੇ ਨਾਲ ਤੁਹਾਡੇ ਕਲੀਅਰ ਹੋ ਜੂਗੀ ਸਥਿਤੀ। ਹੁਣ ਜਿਵੇਂ ਆਪਾਂ ਅੱਗੇ ਇੱਕ ਹੋਰ ਪੜ੍ਹਾਂਗੇ, ਸੁਰਜੀਤ ਪਾਤਰ ਪੜ੍ਹਾਂਗੇ, ਪੁਰਖਿਆਂ ਦੇ ਰਸਤੇ 'ਤੇ ਆਇਆ ਨੰਦ ਕਿਸ਼ੋਰ, ਅਤੇ ਇੱਕ ਆਪਾਂ ਤੁਹਾਨੂੰ ਪਤਾ ਹੀ ਹੈ ਉਹ ਨਾਲ ਆਪਾਂ ਕੌਣ ਪੜ੍ਹਨਾ, ਸ਼ਿਵ ਕੁਮਾਰ ਬਟਾਲਵੀ ਹੈ ਨਾ, ਜੋ ਸਾਡੀ ਇਸ 12ਵੀਂ ਵਾਲੀ ਦੇ ਵਿੱਚ ਤਾਂ ਨਹੀਂ ਦੇ ਰੱਖਿਆ। ਅਤੇ ਠੀਕ ਹੈ, ਹਾਂਜੀ ਆ ਜਾਓ ਫਿਰ ਆਪਾਂ ਸੋਹਣ ਸਿੰਘ ਮੀਸ਼ਾ 32 ਨੰਬਰ ਪੇਜ 'ਤੇ ਦੇ ਰੱਖਿਆ ਸੋਹਣ ਸਿੰਘ ਮੀਸ਼ਾ। ਸੋਹਣ ਸਿੰਘ ਮੀਸ਼ਾ ਦੀਆਂ 2 ਕਵਿਤਾਵਾਂ, ਉਹਨਾਂ ਦੀ ਆਲੋਚਨਾਤਮਕ ਵਿਆਖਿਆ ਸੁਣੋ। ਸਭ ਤੋਂ ਪਹਿਲਾਂ ਕੀ ਗੱਲਾਂ ਕੀਤੀਆਂ। ਨਵੇਕਲੀ ਸੁਰ ਵਾਲਾ ਕਵੀ ਹੈ। ਸਭ ਤੋਂ ਪਹਿਲੀ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ, ਮੱਧ ਸ਼੍ਰੇਣੀ ਦੇ ਲੋਕਾਂ ਦੀ ਸਧਾਰਨਤਾ ਦੀ ਗੱਲ ਕੀਤੀ ਹੈ। ਮੱਧ ਸ਼੍ਰੇਣੀ ਦੇ ਲੋਕਾਂ ਦੀ ਸਧਾਰਨਤਾ ਦੀ ਗੱਲ ਕਰਨ ਵਾਲਾ ਕਵੀ ਕੌਣ ਹੈ? ਸੋਹਣ ਸਿੰਘ ਮੀਸ਼ਾ। ਜਾਂ ਅਗਰ ਪੁੱਛਿਆ ਜਾਵੇ ਕਿ ਸੋਹਣ ਸਿੰਘ ਮੀਸ਼ਾ ਕਿਹੜੀ ਸ਼੍ਰੇਣੀ ਦੇ ਲੋਕਾਂ ਨਾਲ, ਕਿਸ ਸ਼੍ਰੇਣੀ ਦੇ ਨਾਲ ਸੰਬੰਧਿਤ ਹੈ, ਕਿ ਉੱਚ ਵਰਗ ਦੇ ਨਾਲ ਜਾਂ ਨਿਮਨ ਵਰਗ ਦੇ ਨਾਲ ਜਾਂ ਮੱਧ ਵਰਗ ਦੇ ਨਾਲ, ਤਾਂ ਇਹਦਾ ਸਹੀ ਉੱਤਰ ਹੋਊਗਾ ਮੱਧ ਵਰਗ। ਅੱਗੇ ਮੱਧ ਵਰਗ ਦੇ ਲੋਕਾਂ ਦੀ ਸਧਾਰਨਤਾ ਦੀ ਗੱਲ ਕੀਤੀ ਹੈ, ਕਿਉਂਕਿ ਮੱਧ ਵਰਗ ਹੈ ਜਿਹੜਾ ਮਿਡਲ ਕਲਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦੀ ਗੱਲ ਕੀਤੀ ਹੈ। ਆਪਣੀਆਂ ਕਵਿਤਾਵਾਂ ਵਿੱਚ ਰਾਜਸੀ ਅਵਚੇਤਨ ਦਾ ਪ੍ਰਗਟਾਵਾ ਕੀਤਾ ਹੈ। ਮਤਲਬ ਕੀ ਹੈ ਕਿ ਮਤਲਬ ਕਿ ਰਾਜਨੀਤੀ ਬਾਰੇ ਰਾਜਸੀ ਅਵਚੇਤਨਾ ਜਿਹੜੀ ਉਸ ਦਾ ਪ੍ਰਗਟਾਵਾ ਕੀਤਾ। 2 ਗੱਲਾਂ ਇੱਥੇ ਆਪਣੀਆਂ ਇੰਪੋਰਟੈਂਟ, ਬਹੁਤ ਮਤਲਬ ਕਿ ਇਹ ਮਹੱਤਵਪੂਰਨ ਗੱਲਾਂ ਹੈ ਇਹ ਜਿਹੜੀਆਂ 2 ਗੱਲਾਂ। ਇੱਕ ਤਾਂ ਮੱਧ ਸ਼੍ਰੇਣੀ ਦੇ ਲੋਕਾਂ ਦੀ ਸਧਾਰਨਤਾ ਦੀ ਗੱਲ ਕੀਤੀ ਹੈ, ਅਤੇ ਦੂਸਰੀ ਕੀ ਹੈ, ਰਾਜਸੀ ਅਵਚੇਤਨ ਦਾ ਪ੍ਰਗਟਾਵਾ। ਇੱਕ ਆਪਾਂ ਕਹਿ ਦਿੰਦੇ ਹਾਂ ਚੇਤਨ, ਅਚੇਤਨ, ਅਵਚੇਤਨ ਹੈ ਨਾ। ਤੁਸੀਂ ਸਿਗਮੰਡ ਫਰਾਇਡ ਦਾ ਜਿਹੜਾ ਮਨੋਵਿਸ਼ਲੇਸ਼ਣਵਾਦੀ ਸਿਧਾਂਤ ਪੜ੍ਹਦੇ ਆ ਅਤੇ ਉਹਦੇ ਵਿੱਚ 3 ਅਵਸਥਾਵਾਂ ਦਾ ਜ਼ਿਕਰ ਕਰਦਾ ਹੈ। ਸੋਹਣ ਸਿੰਘ ਮੀਸ਼ਾ ਦਾ ਜਨਮ ਪਿੰਡ ਭੇਟ, ਜ਼ਿਲ੍ਹਾ ਕਪੂਰਥਲਾ 30 ਅਗਸਤ 1934 ਨੂੰ ਹੋਇਆ ਜੀ। ਕਵਿਤਾ ਲਿਖਣੀ ਜਦੋਂ ਸ਼ੁਰੂ ਕੀਤੀ ਤਾਂ ਉਦੋਂ ਰੋਮਾਂਟਿਕ ਪ੍ਰਗਤੀਵਾਦੀ ਕਵਿਤਾ ਦਾ ਦੌਰ ਸੀਗਾ। ਜਦੋਂ ਇਹਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਉਦੋਂ ਰੋਮਾਂਟਿਕ ਪ੍ਰਗਤੀਵਾਦੀ ਕਾਵਿਧਾਰਾਵਾਂ ਦੋਵੇਂ ਚੱਲ ਰਹੀਆਂ ਸੀ। ਅਤੇ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਦੇ 2 ਜਿਹੜੇ ਮੁੱਖ ਬੰਦੇ ਸੀਗੇ, ਤਾਂ ਉਹ ਤੁਹਾਨੂੰ ਪਤਾ ਹੀ ਹੈ ਅੰਮ੍ਰਿਤਾ ਮੋਹਨ ਯੁੱਗ ਹੈ ਜਿਹੜੀ ਉਹ ਰੋਮਾਂਟਿਕ ਪ੍ਰਗਤੀਵਾਦੀ ਕਾਵਿਧਾਰਾ ਹੈ। ਅਤੇ ਉਦੋਂ ਕੀ ਸੀ ਵੀ ਰੋਮਾਂਟਿਕ ਕਾਵਿਧਾਰਾ ਜਿਹੜੀ ਉਹ ਲਗਭਗ ਖਤਮ ਦੇ ਨੇੜੇ ਸੀ, ਅਤੇ ਪ੍ਰਗਤੀਵਾਦੀ ਕਾਵਿਧਾਰਾ ਦਾ ਜ਼ੋਰ ਸੀ। ਦੋਨੋਂ ਚੀਜ਼ਾਂ, ਰੋਮਾਂਟਿਕ ਪ੍ਰਗਤੀਵਾਦੀ ਕਾਵਿਧਾਰਾ ਚੱਲ ਰਹੀ ਸੀ, ਪਰ ਉਸਨੇ ਨਾ ਤਾਂ ਰੋਮਾਂਸ ਅਤੇ ਨਾ ਹੀ ਉਹਨਾਂ ਸੁਪਨਿਆਂ ਨੂੰ ਅਪਣਾਇਆ। ਆਪਣੀ ਕਵਿਤਾ ਵਿੱਚ ਸਧਾਰਨ ਮੱਧ ਸ਼੍ਰੇਣੀ ਦੀ ਸਧਾਰਨਤਾ ਨੂੰ ਪੇਸ਼ ਕਰਦਾ ਹੈ। ਮੱਧ ਸ਼੍ਰੇਣੀ ਦੇ ਲੋਕਾਂ ਦੀ ਸਧਾਰਨਤਾ, ਸਧਾਰਨ ਮੱਧ ਸ਼੍ਰੇਣੀ ਦੀ ਸਧਾਰਨਤਾ ਇੱਕੋ ਹੀ ਗੱਲ ਹੈ। ਮੱਧ ਸ਼੍ਰੇਣੀ ਦੇ ਲੋਕਾਂ ਦੀ ਸਧਾਰਨਤਾ, ਸਧਾਰਨ ਮੱਧ ਸ਼੍ਰੇਣੀ ਦੀ ਸਧਾਰਨਤਾ, 2 ਗੱਲਾਂ ਲਿਖੀਆਂ ਉਹਨੇ। ਅੱਗੇ ਦੇਖੋ, ਇਸ ਲਈ ਉਸ ਨੂੰ ਐਂਟੀ ਰੋਮਾਂਟਿਕ ਕਵੀ ਵੀ ਕਿਹਾ ਜਾਂਦਾ ਹੈ। ਤੁਹਾਨੂੰ ਪਤਾ ਹੈ ਕਿ ਕਾਰਨ ਕੀ ਹੈ ਵੀ ਐਂਟੀ ਰੋਮਾਂਟਿਕ ਕਿਉਂ ਕਿਹਾ ਜਾਂਦਾ, ਰੋਮਾਂਸਵਾਦ ਦਾ ਵਿਰੋਧੀ ਕਿਉਂ ਕਿਹਾ ਜਾਂਦਾ ਇਸ ਨੂੰ, ਰੋਮਾਂਸਵਾਦ ਦੇ ਵਿਰੋਧ ਵਿੱਚ ਕਿਉਂ ਖੜਾ ਹੈ ਸੋਹਣ ਸਿੰਘ ਮੀਸ਼ਾ ਜਿਹੜਾ, ਉਹ ਕਾਰਨ ਕੀ ਹੈ? ਕਿਉਂਕਿ ਉਹ ਕੀ ਕਰ ਰਿਹਾ ਹੈ, ਸਧਾਰਨ ਮੱਧ ਸ਼੍ਰੇਣੀ ਦੀ ਸਧਾਰਨਤਾ ਨੂੰ ਪੇਸ਼ ਕਰਦਾ ਹੈ। ਮੱਧ ਸ਼੍ਰੇਣੀ ਦੀ, ਕਿਉਂਕਿ ਪ੍ਰਗਤੀਵਾਦੀ ਵਿਚਾਰਧਾਰਾ ਇਹ ਐਂਟੀ ਰੋਮਾਂਟਿਕ ਕਿਉਂ ਹੈ? ਕਿਉਂਕਿ ਜਿਹੜਾ ਰੋਮਾਂਸਵਾਦੀ ਉਹਦੇ ਵਿੱਚ ਤਾਂ ਮੱਧ ਸ਼੍ਰੇਣੀ ਦੀ ਸਧਾਰਨਤਾ ਦੀ ਗੱਲ ਹੁੰਦੀ ਨਹੀਂ ਗੀ। ਇਸ ਕਰਕੇ ਕੀ ਹੈ ਕਿ ਜਿਹੜੀ ਇਸ ਦੀ ਸਧਾਰਨ ਮੱਧ ਸ਼੍ਰੇਣੀ ਦੀ ਸਧਾਰਨਤਾ ਨੂੰ ਪੇਸ਼ ਕਰਨ ਦੇ ਕਾਰਨ ਸਰਦਾਰ ਸੋਹਣ ਸਿੰਘ ਮੀਸ਼ਾ ਨੂੰ ਐਂਟੀ ਰੋਮਾਂਟਿਕ ਕਵੀ ਕਿਹਾ ਜਾਂਦਾ। ਬਹੁਤ ਇੰਪੋਰਟੈਂਟ ਗੱਲ ਹੋ ਗਈ, 3 ਇੰਪੋਰਟੈਂਟ ਗੱਲਾਂ ਹੋ ਗਈਆਂ। ਕਵਿਤਾ ਦੇ ਵਿੱਚ ਵਿਅੰਗ ਅਤੇ ਨਾਟਕੀਅਤਾ, ਸਧਾਰਨ ਬੋਲਚਾਲ ਦੀ ਭਾਸ਼ਾ ਨੂੰ ਜ਼ਿਆਦਾ ਵਰਤਦਾ। ਉਸ ਦੇ ਸਮੇਂ ਆਧੁਨਿਕਤਾਵਾਦੀ ਕਵਿਤਾ ਵੀ ਸਾਹਮਣੇ ਆਈ, ਪਰ ਉਸ ਨੇ ਕੀ ਕੀਤਾ, ਆਪਣੇ ਧੀਮੇ ਬੋਲਾਂ ਵਾਲੀ ਕਟਾਕਸ਼ੀ ਕਵਿਤਾ ਨੂੰ ਜਾਰੀ ਰੱਖਿਆ। ਇਸ ਕਰਕੇ ਇਸ ਨੂੰ ਧੀਮੇ ਬੋਲਾਂ ਦਾ ਕਵੀ ਵੀ ਕਿਹਾ ਜਾਂਦਾ। ਧੀਮੇ ਬੋਲ ਇਸ ਕਵੀ ਦਾ ਇੱਕ ਕਾਵਿ ਸੰਗ੍ਰਹਿ ਵੀ ਹੈ, ਧੀਮੇ ਬੋਲ।
ਦੇਹਾਂਤ 1974 ਦੇ ਵਿੱਚ ਸੁਖਨਾ ਝੀਲ ਹਾਦਸੇ ਦੇ ਵਿੱਚ ਹੋ ਗਿਆ ਸੀ। ਦਸਤਕ ਰਸਤਾ, ਕੱਚ ਦੇ ਵਸਤਰ, ਚੁਰਸਤਾ, ਧੀਮੇ ਬੋਲ, ਇਹ ਇਸ ਦੇ ਪ੍ਰਸਿੱਧ ਕਾਵ ਸੰਗ੍ਰਹਿ ਆ। ਕੱਚ ਦੇ ਵਸਤਰ ਕਾਵ ਸੰਗ੍ਰਹਿ ਲਈ ਸੋਹਣ ਸਿੰਘ ਮੀਸ਼ਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਹਾਂਜੀ, ਅੱਗੇ ਦੇਖਦੇ ਹਾਂ ਧਰਤੀ ਦੇ ਬੋਲ। ਸਭ ਤੋਂ ਪਹਿਲੀ ਹੈ ਜਿਹੜੀ ਧਰਤੀ ਦੇ ਬੋਲ, ਇਹ ਯਥਾਰਥਵਾਦੀ ਕਵੀ ਹੈ। ਇੱਕ ਧਿਆਨ ਰੱਖਣਾ ਤੁਸੀਂ, ਜੀਵਨ ਦੇ ਯਥਾਰਥ ਨੂੰ ਪੇਸ਼ ਕਰਨ ਵਾਲਾ ਹੈ। ਮਤਲਬ ਕੀ ਹੈ, ਜੀਵਨ ਦਾ ਯਥਾਰਥ ਕਿਵੇਂ ਹੈ, ਕਿਉਂਕਿ ਜਦੋਂ ਸਧਾਰਨ ਮੱਧ ਸ਼੍ਰੇਣੀ ਦੀ ਸਧਾਰਨਤਾ ਨੂੰ ਪੇਸ਼ ਜਦੋਂ ਕੋਈ ਕਰੂਗਾ ਤਾਂ ਉਸ ਨੂੰ ਯਥਾਰਥਵਾਦੀ ਕਿਹਾ ਜਾਂਦਾ ਹੈ। ਉਹ ਯਥਾਰਥਵਾਦੀ ਕਵੀ ਹੈ। ਇਸ ਕਰਕੇ ਕੋਈ ਪ੍ਰਗਤੀਵਾਦੀ ਕਵੀ ਹੈ, ਕੋਈ ਰੋਮਾਂਸਵਾਦੀ ਕਵੀ ਹੈ, ਕੋਈ ਰਹੱਸਵਾਦੀ ਕਵੀ ਹੈ। ਸੋਹਣ ਸਿੰਘ ਮੀਸ਼ਾ ਕਿਹੜਾ ਕਵੀ ਹੈ, ਇਹ ਕੋਈ ਪ੍ਰਯੋਗਸ਼ੀਲ ਕਵੀ ਹੈ, ਕੋਈ ਸੋਝਵਾਦੀ ਕਵੀ ਹੈ ਡਾਕਟਰ ਹਰਭਜਨ ਸਿੰਘ। ਤਾਂ ਇਹ ਜਿਹੜਾ ਸੋਹਣ ਸਿੰਘ ਮੀਸ਼ਾ ਹੈ ਇਹ ਯਥਾਰਥਵਾਦੀ ਕਵੀ। ਯਥਾਰਥ ਦਾ ਸ਼ਾਬਦਿਕ ਅਰਥ ਹੁੰਦਾ ਸੱਚ, ਸੱਤਿਆ, ਟਰੁੱਥ ਜਿਹਨੂੰ ਆਪਾਂ ਕਹਿ ਦਿੰਦੇ। ਧਰਤੀ ਦੇ ਬੋਲ, ਦੋ ਪਲ ਕੋਲ ਖਲੋ ਵੇ ਰਾਹੀਆ, ਦੋ ਪਲ ਹੋਰ ਖਲੋ, ਪੂੰਝਦਿਆਂ ਤੇਰੇ ਮੱਥੇ ਉੱਤੋਂ ਮੁੜਕਾ ਰਿਹਾ ਏ ਚੋ, ਦੋ ਪਲ ਹੋਰ ਖਲੋ ਵੇ ਰਾਹੀਆ, ਦੋ ਪਲ ਹੋਰ ਖਲੋ। ਸੋ ਧਰਤੀ ਹੈ ਜਿਹੜੀ ਉਹ ਪਾਂਧੀ ਨੂੰ, ਰਸਤੇ 'ਤੇ ਜਾਣ ਵਾਲੇ ਨੂੰ, ਪੈਂਡਾ ਤੈਅ ਕਰਨ ਵਾਲੇ ਨੂੰ, ਸਫ਼ਰ ਕਰਨ ਵਾਲੇ ਮਨੁੱਖ ਨੂੰ, ਉਹ ਜਿਹੜੀ ਧਰਤੀ ਹੈ ਉਹ ਉਸ ਨੂੰ ਕਹਿ ਰਹੀ ਹੈ। ਹੁਣ ਇਸ ਕਵਿਤਾ ਦੇ ਵਿੱਚ ਉਸ ਮਨੁੱਖ ਨੂੰ ਸੰਬੋਧਨ ਕੀਤਾ ਗਿਆ ਹੈ ਜੋ ਆਪਣੇ ਜੀਵਨ ਦੇ ਰਾਹ 'ਤੇ ਚੱਲ ਰਿਹਾ, ਸਾਰਾ ਦਿਨ ਕਮਾਉਣ ਦੇ ਚੱਕਰ ਵਿੱਚ। ਮੱਧ ਸ਼੍ਰੇਣੀਆਂ ਸਾਰਾ ਦਿਨ ਕਮਾਉਣ ਦੇ ਚੱਕਰ 'ਚ ਕੌਣ ਫਿਰਦਾ ਹੈ? ਮੱਧ ਸ਼੍ਰੇਣੀਆਂ। ਨਾ ਤਾਂ ਜਮਾਂ ਥਲੜੀ ਸ਼੍ਰੇਣੀ ਕਮਾਊਗੀ ਅਤੇ ਨਾ ਉਚਲੀ ਸ਼੍ਰੇਣੀ ਨੂੰ ਸਾਰਾ ਦਿਨ ਕੋਈ ਆਪਣੇ ਮੁੜਕਾ, ਸਿਰਫ ਮੱਧ ਸ਼੍ਰੇਣੀ ਦੇ ਹਿੱਸੇ ਆਇਆ, ਪਸੀਨਾ ਜਿਹੜਾ ਆਉਣਾ। ਹਾਂ, ਕਮਾਉਣ ਦੇ ਚੱਕਰ ਵਿੱਚ ਰਾਤ ਦਿਨ ਭੱਜਿਆ ਫਿਰਦਾ ਹੈ, ਫਿਰ ਵੀ ਸ਼ਾਂਤੀ ਨਹੀਂ ਹੈ। ਸਾਰੇ ਕੰਮ ਸਾਨੂੰ ਸਬਰ ਸੰਤੋਖ ਦੇ ਨਾਲ ਕਰਨੇ ਚਾਹੀਦੇ। ਇਸ ਕਵਿਤਾ ਦੇ ਵਿੱਚ ਇਹ ਉਪਦੇਸ਼ ਵੀ ਦਿੱਤਾ ਗਿਆ। ਜ਼ਿੰਦਗੀ ਦਾ ਸੁੱਖ ਆਰਾਮ ਮਾਣਨ ਵਾਸਤੇ ਕਵੀ ਨੂੰ ਕਿਹਾ ਗਿਆ ਹੈ। ਕੌਣ ਕਹਿ ਰਿਹਾ ਹੈ? ਧਰਤੀ ਮਾਤਾ ਕਹਿ ਰਹੀ ਹੈ ਅਤੇ ਉਹ ਮਨੁੱਖ ਨੂੰ ਕਹਿ ਰਹੀ ਹੈ ਜੋ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਆਪਣਾ ਪਰਿਵਾਰ ਪਾਲਣ ਵਾਸਤੇ ਕਹਿ ਲਓ, ਆਪਣੀ ਜ਼ਿੰਦਗੀ ਨੂੰ ਸੁਖਾਲੀ ਸੌਖੀ ਕਰਨ ਵਾਸਤੇ, ਇੱਕ ਆਰਾਮਦਾਇਕ ਜ਼ਿੰਦਗੀ ਬਿਤਾਉਣ ਵਾਸਤੇ ਬਹੁਤ ਸਾਰੀ ਮਿਹਨਤ ਮਸ਼ੱਕਤ ਘਾਲਣਾ ਘਾਲ ਰਿਹਾ ਅਤੇ ਉਸ ਬੰਦੇ ਦੇ ਪੱਲੇ ਹੈ ਜਿਹੜਾ ਕੁਝ ਪੈ ਨਹੀਂ ਰਿਹਾ ਇੰਨਾ। ਇਸ ਕਰਕੇ ਉਸ ਨੂੰ, ਉਸ ਦੀ ਜ਼ਿੰਦਗੀ ਨੂੰ ਕੀ ਹੈ, ਉਹਨੂੰ ਕਿਹਾ ਹੈ ਕਿ ਤੂੰ ਆਪਣੀ ਜ਼ਿੰਦਗੀ ਨੂੰ ਸੁੱਖ ਆਰਾਮ ਦੇ ਨਾਲ ਮਾਣਨ ਦਾ ਯਤਨ ਕਰ। ਸੋ ਕੀ ਹੈ ਦੇਖੋ, ਧਰਤੀ ਦੇ ਬੋਲ ਕੀ ਹੈ? ਦੋ ਪਲ ਕੋਲ ਖਲੋ ਵੇ ਰਾਹੀਆ, ਦੋ ਪਲ, 2 ਸੈਕਿੰਡ, ਮਤਲਬ ਪਲ ਇੱਕ ਸਮਾਂ ਹੁੰਦਾ, ਜਿਵੇਂ ਸੈਕਿੰਡ ਮਿੰਟ ਹੋ ਗਏ ਉਵੇਂ ਹੀ ਪਲ ਹੁੰਦਾ, ਸਮੇਂ ਦੀ ਘੜੀ ਨੂੰ ਕਿਹਾ ਜਾਂਦਾ। ਵੇ ਰਾਹੀਆ, ਰਾਹ ਜਾਣ ਵਾਲਿਆ, ਦੋ ਪਲ ਹੋਰ ਖਲੋ, ਪੂੰਝਦਿਆਂ ਤੇਰੇ ਮੱਥੇ ਉੱਤੋਂ ਮੁੜਕਿਆ ਰਿਹਾ ਏ ਚੋ, ਦੋ ਪਲ ਹੋਰ ਖਲੋ। ਦੱਸ ਖਾਂ ਬੀਬਾ ਕਾਹਦੀ ਜਲਦੀ, ਬੀਬਾ ਹੁੰਦਾ ਸਿਆਣਾ। ਦੱਸ ਖਾਂ ਬੀਬਾ ਕਾਹਦੀ ਜਲਦੀ, ਖਿੱਚ ਹੈ ਤੈਨੂੰ ਕਿਸ ਮੰਜ਼ਿਲ ਦੀ, ਕਿਸ ਵਾਅਦੇ ਤੂੰ ਡਰਦਾ ਏ ਤੂੰ ਦੇਰ ਨਾ ਜਾਵੇ ਹੋ, ਦੋ ਪਲ ਹੋਰ ਖਲੋ। ਦੱਸ ਜਾ ਆਪਣਾ ਥਹੁ ਟਿਕਾਣਾ, ਥਹੁ ਟਿਕਾਣਾ ਪਤਾ ਇੱਕੋ ਹੀ ਹੈ, ਇਹਨਾਂ ਦੇ ਅਰਥ ਬਣਦੇ। ਆਪਾਂ ਕਹਿੰਦੇ ਹਾਂ ਨਾ ਆਪਣਾ ਪਤਾ ਥਹੁ ਦੱਸੋ ਜੀ, ਥਹੁ ਪਤਾ ਦੱਸੋ। ਥਹੁ ਅਤੇ ਪਤਾ ਦੋਨਾਂ ਦੇ ਦੋਨੋਂ ਸਮਾਨਾਰਥੀ ਸ਼ਬਦ ਆ, ਸਮਾਨਾਰਥੀ ਜੋੜੇ ਵਰਤੇ ਜਾਂਦੇ ਆ। ਕਿੱਥੋਂ ਤੁਰਿਆ ਕਿੱਥੇ ਜਾਣਾ, ਕਿਸ ਪੈਂਡੇ ਦੀ ਭਟਕਣ, ਤੇਰੇ ਪੈਰੀਂ ਗਈ ਸਮੋ, ਦੋ ਪਲ ਹੋਰ ਖਲੋ। ਤੱਕ ਲੈ ਮਹਿਕਦੀਆਂ ਗੁਲਜ਼ਾਰਾਂ, ਤੂੰ ਆਪਣੀ ਜ਼ਿੰਦਗੀ ਨੂੰ ਕੀ ਹੈ ਸੁੱਖ ਮਾਣ ਲੈ, ਮਹਿਕਦੀਆਂ ਗੁਲਜ਼ਾਰਾਂ, ਮਾਣ ਲੈ ਕੁਝ ਚਿਰ ਮੌਜ ਬਹਾਰਾਂ, ਫੁੱਲਾਂ ਦੀ ਖੁਸ਼ਬੂ ਪੂੰਝਦਿਆਂ ਤੇਰੇ ਮੱਥੇ ਉੱਤੋਂ ਮੁੜਕਾ ਰਿਹਾ ਏ ਚੋ, ਦੋ ਪਲ ਹੋਰ ਖਲੋ। ਠੀਕ ਹੈ, ਬਹੁਤ ਹੀ ਸ਼ਾਨਦਾਰ ਮਤਲਬ ਕੀ ਹੈ ਜਿਹੜੀ ਇਹ ਹੈਗੀ ਹੈ ਜਿਹੜੀ ਕਵਿਤਾ। ਕੀ ਸ਼ਬਦ ਆਇਆ? ਗੁਲਜ਼ਾਰਾਂ। ਹਾਂ, ਗੁਲਜ਼ਾਰ, ਗੁਲਜ਼ਾਰ ਸ਼ਬਦ ਫੁਲਵਾੜੀ ਨੂੰ ਕਿਹਾ ਜਾਂਦਾ, ਬਾਗ ਨੂੰ, ਫੁੱਲਾਂ ਦੇ ਬਾਗ ਨੂੰ ਕਿਹਾ ਜਾਂਦਾ, ਜਿਹਨੂੰ ਆਪਾਂ ਫੁਲਵਾੜੀ ਵੀ ਕਹਿ ਦਿੰਦੇ ਹਾਂ। ਗੁਲਜ਼ਾਰ ਸ਼ਬਦ ਦਾ ਅਰਥ ਫੁਲਵਾੜੀ, ਫੁੱਲਾਂ ਦਾ ਬਾਗ, ਬਗੀਚਾ। ਹਾਂਜੀ, ਦੁਸ਼ਮਣੀ ਦੀ ਦਾਸਤਾਨ। ਦੇਖੋ ਜੀ, ਸਾਰੇ ਕਵੀਆਂ ਨਹੀਂ, ਤੁਹਾਨੂੰ ਪਤਾ ਹੈ ਵੀ ਇਹ ਹਿੰਦੁਸਤਾਨ ਅਤੇ ਪਾਕਿਸਤਾਨ 'ਤੇ ਕਵਿਤਾਵਾਂ ਲਿਖੀਆਂ, ਸਾਰੇ ਕਵੀਆਂ ਨੇ ਲਿਖੀਆਂ, ਤੁਹਾਨੂੰ ਪਤਾ ਹੀ ਹੈ। ਹਰਭਜਨ ਸਿੰਘ ਦੀ ਕਵਿਤਾ ਵੀ ਪੜ੍ਹੀ ਆਪਾਂ, ਮੋਹਨ ਸਿੰਘ ਦੀ ਵੀ ਪੜ੍ਹੀ, ਅੰਮ੍ਰਿਤਾ ਪ੍ਰੀਤਮ ਦੀ ਵੀ ਪੜ੍ਹੀ। ਹੁਣ ਆਪਾਂ ਕਵਿਤਾ ਜਿਹੜੀ ਪੜ੍ਹਦੇ ਹਾਂ ਯਥਾਰਥਵਾਦੀ ਕਵੀ ਸੋਹਣ ਸਿੰਘ ਮੀਸ਼ੇ ਦੀ, ਦੁਸ਼ਮਣੀ ਦੀ ਦਾਸਤਾਨ। ਦਾਸਤਾਨ ਹੁੰਦਾ, ਦਾਸਤਾਨ ਦਾ ਮਤਲਬ ਹੈ ਕਹਾਣੀ ਜਾਂ ਹਾਲਤ, ਉਸ ਨੂੰ ਕਿਹਾ ਜਾਂਦਾ ਹੈ ਦਾਸਤਾਨ। ना तू ज़मीं के लिए है ना आसमां के लिए, तेरा वजूद है सिर्फ दास्तां के लिए। सो दुश्मनी दी दास्तान, हिंदुस्तान ते पाकिस्तान की जिहड़ी वाधी दुश्मनी देख के कवि का मन है बड़ा उदास है जी। वो फिर की कविता लिखता है? कविता का सरलेख है दुश्मनी दी दास्तान, कि ये जिहड़ी दुश्मनी दी कहानी है ये कदों खत्म होवेगी, उस बारे कविता है। ये दास्तान है जिहड़ी ओह
ਇਹ ਕਹਾਣੀ ਹੈ ਜਿਹੜੀ, ਇਹਦੇ ਪਿੱਛੇ ਇਸ ਕਹਾਣੀ ਨੂੰ ਕਰਨ ਵਾਲੇ ਕੌਣ ਹੈ? ਉਹ ਹੈਗੇ ਆ ਜੀ ਸਿਆਸੀ ਲੀਡਰ, ਸਿਆਸੀ ਨੇਤੇ, ਉਹਨਾਂ ਦੀ ਗੱਲ ਵੀ ਕੀਤੀ ਹੈ ਕਵੀ ਨੇ। ਸੋ ਦੇਖਦੇ ਹਾਂ ਵੀ ਸਭ ਤੋਂ ਪਹਿਲਾਂ ਗੱਲ ਤਾਂ ਨਿੱਕੀ ਜਿਹੀ ਹੈ, ਵੀ ਗੱਲ ਤਾਂ ਛੋਟੀ ਜਿਹੀ ਹੈ। ਮੈਂ ਹੀ ਭਾਵਕ ਹੋ ਗਿਆ ਹਾਂ, ਕਾਬਲੀ ਅੰਗੂਰ ਲੰਘ ਕੇ ਆ ਗਿਆ ਹੈ ਵਾਘਿਓਂ, ਵਾਘੇ ਬਾਰਡਰ ਤੋਂ। ਵਾਘਾ ਬਾਰਡਰ ਤੋਂ ਮਤਲਬ ਕੀ ਹੈ ਵੀ ਕਾਬਲ ਦੇ ਵਿੱਚ ਜਿਹੜੇ ਅੰਗੂਰ ਹੁੰਦੇ ਆ ਉਹ ਵਾਘਾ ਬਾਰਡਰ ਦੇ ਵਿੱਚੋਂ ਦੀ ਉਹ ਸਾਡੇ ਭਾਰਤ ਦੇ ਵਿੱਚ ਆਯਾਤ ਕੀਤੇ ਜਾਂਦੇ ਆ, ਭਾਰਤ ਵੱਲੋਂ। ਭਾਰਤ ਆਯਾਤ ਕਰਦਾ, ਉੱਧਰੋਂ ਨਿਰਯਾਤ ਹੁੰਦੇ ਆ। ਹਾਂਜੀ, ਤੁਸੀਂ ਜਿਹੜੇ ਰਾਹਗੀਓਂ ਬਹੁਤ ਖੁਸ਼ ਹੋਇਆ ਹਾਂ ਮੈਂ। ਹੁਣ ਇਹ ਆਪਣੇ ਪਾਕਿਸਤਾਨੀ ਭਰਾ ਨੂੰ, ਆਪਣੇ ਪਾਕਿਸਤਾਨੀ ਦੋਸਤ ਨੂੰ ਇੱਕ ਹਿੰਦੁਸਤਾਨ ਦਾ ਕਵੀ ਸੋਹਣ ਸਿੰਘ ਮੀਸ਼ਾ ਕਹਿ ਰਿਹਾ। ਦੇਖੋ ਹੁਣ ਗੱਲ ਸੁਣੋ। ਹਾਂ, ਤੁਸੀਂ ਜਿਹੜੇ ਰਾਹਗੀਓਂ ਬਹੁਤ ਖੁਸ਼ ਹੋਇਆ ਹਾਂ ਮੈਂ, ਅੱਖੀਆਂ ਵਿੱਚ ਆ ਗਏ ਨੇ ਅਥਰੂ। ਕਿਉਂਕਿ ਜਿਹੜੇ ਵੀ ਮਤਲਬ ਲੋਕ ਸੀ ਜਿਹੜੇ ਪਾਕਿਸਤਾਨ ਗਏ, ਜਦੋਂ ਇੱਧਰੋਂ ਜਿਹੜੇ ਮੁਸਲਮਾਨ ਲੋਕ ਸੀ ਜਦੋਂ ਗਏ ਉੱਧਰ, ਤਾਂ ਉਹ ਵਾਘਾ ਬਾਰਡਰ ਥਾਣੀ ਉਹਨਾਂ ਨੂੰ ਟਪਾਇਆ ਗਿਆ। ਅੱਖੀਆਂ ਵਿੱਚ ਆ ਗਏ ਨੇ ਅਥਰੂ, ਭਰ ਗਿਆ ਹੈ ਮੇਰੇ ਮੂੰਹ ਵਿੱਚ ਮਾਖਿਓਂ। ਗੱਲ ਤਾਂ ਨਿੱਕੀ ਜਿਹੀ ਹੈ, ਗੱਲ ਤਾਂ ਨਿੱਕੀ ਜਿਹੀ ਹੈ, ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ। ਕਵੀ ਆਪਣੇ ਬੱਚੇ ਨੂੰ ਦੱਸ ਰਿਹਾ। ਉਹ ਕਹਿੰਦਾ ਵੀ ਮੈਂ ਬੱਚੇ ਨੂੰ ਆਪਦੇ ਨੂੰ ਦੱਸਾਂ ਕਿਵੇਂ? ਕਵੀ ਦਾ ਜਿਹੜਾ ਬੱਚਾ ਹੈ, ਕਵੀ ਦਾ ਜਿਹੜਾ ਜਵਾਕ ਹੈ, ਉਹ ਕਵੀ ਨੂੰ ਕੀ ਕਹਿ ਰਿਹਾ ਕਿ ਮੈਨੂੰ ਦੱਸੋ ਪਿਤਾ ਜੀ, ਤੁਸੀਂ ਮੈਨੂੰ ਦੱਸੋ ਵੀ ਇਹ ਦੁਸ਼ਮਣੀ ਕਿਉਂ ਹੈ? ਤਾਂ ਉਹ ਕਹਿੰਦਾ ਵੀ ਗੱਲ ਤਾਂ ਨਿੱਕੀ ਜਿਹੀ ਹੈ, ਪਰ ਮੈਂ ਇਹਨੂੰ ਦੱਸਾਂ ਕਿਵੇਂ? ਕਹਿੰਦਾ ਵੀ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਇੱਕੋ ਵੇਲੇ ਕੋਈ ਹੋ ਸਕਦਾ ਬੇਗਾਨਾ ਆਪਣਾ, ਲੰਘ ਕੇ ਸਰਹੱਦ ਨੂੰ ਭਟਕਦੀ ਰਹਿੰਦੀ ਹੈ ਅਕਸਰ ਕਲਪਨਾ। ਮੇਰੀ ਕਲਪਨਾ ਹੈ ਜਿਹੜੀ ਉਹ ਸਰਹੱਦ ਪਾਰ ਜਾ ਕੇ ਉਧਰ ਦੇਖਦੀ ਰਹਿੰਦੀ ਆ। ਉਹ ਇਹ ਕਲਪਨਾ ਕਰਦੀ ਹੈ ਕਿ ਮੇਰੇ ਵਿਚਾਰ, ਮੇਰੇ ਮਨ ਦੇ ਵਿੱਚ ਇਹ ਵਿਚਾਰ, ਇਹ ਕਲਪਨਾ ਹੁੰਦੀ ਹੈ ਕਿ ਕਿਵੇਂ ਕੋਈ ਇੱਕੋ ਟਾਈਮ ਇਹ ਬੇਗਾਨਾ ਹੋ ਸਕਦਾ ਆਪਣਾ ਹੀ। ਭਟਕਦੀ ਰਹਿੰਦੀ ਹੈ ਅਕਸਰ ਕਲਪਨਾ, ਕਿਸ ਤਰ੍ਹਾਂ ਦਾ ਯਾਰ ਵਸਦਾ ਹੈ ਪਰਾਏ ਮੁਲਕ ਵਿੱਚ, ਮੇਰਾ ਯਾਰ ਕਿਵੇਂ ਵਸਦਾ ਹੈ ਉਸ ਪਰਾਏ ਵਿਦੇਸ਼ ਦੇ ਵਿੱਚ। ਇਸ ਲਈ ਇੰਜ ਲੋਚਦਾ ਰਹਿੰਦਾ ਹਾਂ ਮੈਂ, ਲੁੱਛਦਾ, ਇਸ ਲਈ ਇੰਜ ਲੁੱਛਦਾ ਰਹਿੰਦਾ ਹਾਂ। ਲੁੱਛ ਦਾ ਮਤਲਬ ਹੁੰਦਾ ਹੈ ਤੜਪਣਾ, ਤੜਪ ਹੁੰਦੀ ਹੈ ਨਾ ਇੱਕ ਅੰਦਰ, ਉਸ ਨੂੰ ਕਿਹਾ ਹੈ ਲੁੱਛਣਾ, ਤੜਪਣਾ। ਪੁਰੇ ਲੜ ਬੰਨ੍ਹਦਾ ਸਲਾਮਾਂ, ਪੱਛੋਂ ਤੋਂ ਵੀ ਹਾਲ ਜਿਸ ਦਾ ਪੁੱਛਦਾ ਰਹਿੰਦਾ ਹਾਂ ਮੈਂ। ਪੁਰੇ ਦੀ ਜਿਹੜੀ ਵਾਹ ਹੈ ਜਿਹੜੀ ਉੱਧਰ ਨੂੰ ਚੱਲਦੀ ਹੈ, ਅਤੇ ਜਿਹੜੀ ਪੱਛੋਂ ਦੀ ਵਾਹ ਹੈ ਜਿਹੜੀ ਆ ਉੱਧਰੋਂ ਪਾਕਿਸਤਾਨ ਵੱਲੋਂ ਇੱਧਰ ਨੂੰ ਚੱਲਦੀ ਹੈ ਆਪਣੇ ਵੱਲ ਨੂੰ। ਸੋ ਇਹਦੇ ਵਿੱਚ ਕੀ ਹੈ ਕਿ ਉਹ ਕਹਿੰਦਾ ਵੀ ਮੈਂ ਪੁਰੇ ਦੀ ਹਵਾ ਜਦੋਂ ਚੱਲਦੀ ਹੈ, ਪੂਰਬ ਦੀ ਹਵਾ ਜਦੋਂ ਚੱਲਦੀ ਹੈ, ਤਾਂ ਉਹਦੇ ਲੜ ਸਲਾਮਾਂ ਬਣਦਾ ਹੈ ਕਿ ਮੇਰੇ ਯਾਰ ਨੂੰ ਸਲਾਮ ਦੇਈ, ਮੇਰੇ ਦੋਸਤ ਨੂੰ ਸਲਾਮ ਕਰੀ, ਮੇਰੇ ਵੱਲੋਂ ਭੇਜੀ ਗਈ। ਪੱਛੋਂ ਤੋਂ ਵੀ ਹਾਲ ਜਿਸ ਦਾ ਪੁੱਛਦਾ ਰਹਿੰਦਾ, ਅਤੇ ਜਿਹੜੀ ਪੱਛਮ ਤੋਂ ਹਵਾ ਚੱਲਦੀ ਹੈ ਮੈਂ ਉਸ ਤੋਂ ਮੇਰੇ ਦੋਸਤ ਦਾ ਹਾਲ ਪੁੱਛਦਾ। ਵੀ ਜਿਹੜੀ ਤਾਂ ਪੂਰਬ ਦੀ ਹਵਾ ਹੈ ਉਹਦੇ ਰਾਹੀਂ ਤਾਂ ਮੈਂ ਆਪਣੇ ਦੋਸਤ ਨੂੰ ਸਲਾਮ ਭੇਜਦਾ, ਅਤੇ ਜਿਹੜੀ ਪੱਛਮ ਦੀ ਹਵਾ ਹੈ ਉਹਦੇ ਦੁਆਰਾ ਮੈਂ ਆਪਣੇ ਦੋਸਤ ਦਾ ਉਸ ਪੱਛਮ ਦੀ ਹਵਾ ਨੂੰ ਹਾਲ ਪੁੱਛਦਾ। ਮਤਲਬ ਪ੍ਰਸ਼ਨ ਬਣ ਜੇ ਵੀ ਜਿਹੜੀ ਇਹ ਦੁਸ਼ਮਣੀ ਦੀ ਦਾਸਤਾਨ ਕਵਿਤਾ ਹੈ ਉਹਦੇ ਵਿੱਚ ਕਵੀ ਆਪਣੇ ਦੋਸਤ ਨੂੰ ਸਲਾਮ ਹੈ ਜਿਹੜੀ ਉਹ ਕਿਹੜੀ ਹਵਾ ਦੁਆਰਾ ਭੇਜਦਾ, ਵੀ ਪੂਰਬ ਦੀ ਹਵਾ ਜਾਂ ਪੱਛਮ ਦੀ ਹਵਾ ਦੁਆਰਾ। ਠੀਕ ਹੈ ਜੀ। ਹਾਂ, ਨਾ ਕਦੀ ਆਉਂਦਾ ਨਾ ਮਿਲਦਾ, ਨਾ ਕੋਈ ਚਿੱਠੀ ਨਾ ਸੁੱਖ ਸੁਨੇਹਾ, ਦੱਸਦਾ ਨਾ ਹਾਲ ਦਿਲ ਦਾ, ਗੱਲ ਤਾਂ ਨਿੱਕੀ ਜਿਹੀ ਹੈ, ਮੇਰੇ ਬੱਚੇ ਨੂੰ ਸਮਝ ਨਹੀਂ ਆਉਂਦੀ। ਜਿਨ੍ਹਾਂ ਲੋਕਾਂ ਨੇ ਬਹੁਤ ਨੇੜਿਓਂ ਹੰਢਾਇਆ ਇਸ ਚੀਜ਼ ਨੂੰ, ਉਹਨਾਂ ਦੇ ਵਿੱਚੋਂ ਸੋਹਣ ਸਿੰਘ ਮੀਸ਼ਾ ਵੀ ਇੱਕ ਸੀ। ਬਹੁਤ ਸਾਰੇ ਕਵੀ ਤੁਹਾਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਪੈਦਾ ਹੋਏ, ਹਿੰਦੁਸਤਾਨ ਦੇ ਵਿੱਚ ਆ ਵਸੇ, ਅਤੇ ਉਹ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਜਦੋਂ ਭਾਰਤ ਪੂਰਾ ਇੱਕ ਸੀ, ਜਦੋਂ ਪੂਰਾ ਇੱਕ ਹਿੰਦੁਸਤਾਨ ਸੀ, ਤਾਂ ਉਦੋਂ ਕੀ ਸੀਗਾ ਵੀ ਉਦੋਂ ਉਹ ਸਥਿਤੀ ਦੇ ਵਿੱਚ ਬਹੁਤ ਸਾਰੇ ਆਂਢੀ ਗੁਆਂਢੀ ਇਸ ਤਰ੍ਹਾਂ ਦੀ ਸੀ, ਕਈਆਂ ਦੇ ਵੀ ਜਿਹੜੇ ਉੱਥੇ ਰਹਿ ਗਏ, ਤਾਂ ਉਹਨਾਂ ਨੂੰ ਹੋ ਕੇ ਕਵੀ ਭਾਵਕ ਹੁੰਦਾ ਵੀ ਚਾਹੇ ਆਪਾਂ ਕੁਛ ਵੀ ਸਥਿਤੀ ਹੋਵੇ ਕਿਸ ਤਰ੍ਹਾਂ ਦੀ ਵੀ, ਪਰ ਉਹ ਜਿਹੜੀ ਭਾਵਨਾ ਹੈ ਕਵੀ ਦੀ, ਜਿਹੜੀ ਉਹ ਸੰਵੇਦਨਸ਼ੀਲਤਾ ਹੈ ਜਿਹੜੀ ਉਹ ਕਵਿਤਾ ਦੇ ਦੁਆਰਾ ਨਿਕਲ ਕੇ ਬਾਹਰ ਆਉਂਦੀ ਹੈ। ਗੱਲ ਤਾਂ ਨਿੱਕੀ ਜਿਹੀ ਹੈ, ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ। ਇਹ ਜਿਹੜੇ ਬੈਠੇ ਆ ਰਾਜਨੀਤੀ ਕਰਨ ਵਾਲੇ ਸਿਆਸਤਦਾਨ ਜੋ ਰਾਜਨੀਤੀ ਕਰ ਰਹੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਦੇਸ਼ ਭਗਤੀ ਵਿੱਚ ਵਿਘਨ ਪੈਂਦਾ ਕਿਵੇਂ। ਆਪ ਆਪਣੇ ਜਜ਼ਬਿਆਂ ਤੋਂ ਝਿਜਕਦਾ ਸੰਗਦਾ ਸਾਂ ਮੈਂ, ਵੀ ਇਹ ਦੇਸ਼ ਭਗਤੀ ਦੇ ਵਿੱਚ ਇਹਦੇ ਵਿੱਚ ਕਿਵੇਂ ਵਿਘਨ ਪੈ ਜਾਊਗਾ ਕਿ ਮੈਂ ਆਪਣੇ ਉਸ ਦੋਸਤ ਜਿਹੜੇ ਨਾਲ ਮੈਂ ਆਪਣੀ ਜ਼ਿੰਦਗੀ ਜਵਾਨੀ ਆਪਣਾ ਬਚਪਨ ਕੱਟਿਆ, ਤਾਂ ਉਹਦੇ ਨਾਲ ਮੰਨ ਲਓ ਜੇ ਮੈਂ ਕੋਈ ਗੱਲ ਕਰਾਂ ਤਾਂ ਇਹਦੇ ਵਿੱਚ ਦੇਸ਼ ਦਰੋਹ ਦਾ ਕੀ ਮਸਲਾ ਹੋ ਗਿਆ, ਇਹਦੇ ਵਿੱਚ ਦੇਸ਼ ਭਗਤੀ ਤੇ ਮੇਰੀ ਤੇ ਸਵਾਲ ਕਿਵੇਂ ਹੋ ਗਿਆ। ਅਗਲੀ ਗੱਲ ਹੈ, ਹਾਂ ਯਾਦ ਹੈ ਚਾਨਣ ਵਿਗੁੱਚੀ ਧੁੱਪ ਹਨੇਰੀ ਰਾਤ ਵਿੱਚ, ਦੇਸ਼ ਮੇਰੇ ਦੇ ਲੜਾਕੂ ਸੂਰਮੇ ਸੀਰਮੇ ਪੀਂਦੇ ਸੀ ਅੱਗੇ ਵੱਧ ਰਹੇ, ਹਾਂ ਅੱਗੇ ਵੱਧ ਰਹੇ ਛਿੜਕਦੇ ਸੀ ਅੱਗੇ ਵੱਧ ਰਹੇ, ਉਹਨਾਂ ਦੀ ਸੂਰਮ ਗਤੀ ਨੂੰ ਸਿਰ ਝੁਕਦਾ ਚੁੱਪ ਚਪੀਤਾ ਤੇਰੇ ਮਾਪਿਆਂ ਤੇ ਬੱਚਿਆਂ ਦੀ
खैर क्यों मंगदा सा। कहंदा जदों मेरे देश के लड़ाकू सूरमे तेरे देश के उपर चढ़ाई की जदों उन्होंने, तो मैं मेरे देश के सूरमिਆਂ ਨੂੰ सलाम की। पर विच की होया कि उन्हां दी सूरमगति नूं सिर झुकाया मैं, पर चुप चपीता तेरी तेरे मापिਆਂ ते बच्चिਆਂ दी खैर भी मंगी। खैर मंगनी मतलब की हुंदा भी किसी का भला मंगना। उन्हां दी खैर मैं क्यों मंगी, मेरे दिमाग दे विच क्यों ये गल, क्यों खैर मंग रहा मैं, याद करके अल्लाह नूं भगवान नूं दोनों की गल की है। अल्लाह मुसलमान वरतदे है शब्द, भगवान साडे हिंदू वीर वरतदे है। गल तां निक्की जही है, समझ नहीं आउंदी सियासतदान नूं। अजब है ये दुश्मनी की दास्तान, गैर नूं दसीए तां हो जाए हैरान। जो कोई मान लो गैर बंदा उन्होंने जे दसीए भी साडी जी भारत पाकिस्तान की साडी दुश्मनी है इस गल तो, तां वो बड़ा हैरान हुंदा भी बस निक्की जी गल, मेरियां फौजां दे अगे तेरियां फौजां ने जद हथियार सुट्टे, गिले वर्गी गल सी, कुछ रोस भी सी, तू तां रोया होएगा रोना ही सी, मेरे क्यों अथरू सी वगे, मैनू अपनी जित का चाह तां भला होना सी। भी जदों मेरियां फौजां ने तेरी फौज के उपर चढ़ाई की, तेरी फौज ने आत्म समर्पण किया जदों, तां मैनू तां होना चाहिए सी खुशी, पर मेरे वो हंझू क्यों वगे भी तेनू तो दुख सी, पर वह दुख मैनू क्यों लग्या। नाल ही क्यों कुछ तेरी हार का अफसोस भी सी, आप हुंदा हाँ हैरान, किहो जही है दुश्मनी की दास्तान। गल तां निक्की जही है, कौन समझाए सियासतदान नूं, किंज समझेगा मेरा बच्चा नदान, कद खत्म होवेगी आखिर, अजब है यह दुश्मनी की दास्तान। किवें लगी तुहानूं दुश्मनी की कहानी है, भारत पाकिस्तान की जिहड़ी दुश्मनी है, वो कवि अंत दे विच यही कह रहा भी ये कदों खत्म होवेगी। ये सवाल करके कवि ने इत्थे अपनी कविता जिहड़ी वो खत्म की है। सरदार सोहन सिंह मीशा ने दो कवितावां इहदियां, एक तो सीगी दो अपनी सीगी धरती दे बोल, एक कविता सीगी, ते दूसरी कविता इहदी सीगी अपनी जिहड़ी हुणी पढ़ी है दुश्मनी की दास्तान, दुश्मनी की कहानी। दोनों दे विच जिहड़ी जिहड़ी भी मैं तुहानूं गल दसी है तो वो तुसीं याद रखनी है बेटा जी। हुण आपां अगली गल करदे हां भी हाँ जी, आधुनिक पंजाबी कविता का इतिहास दे विच आपां सोहन सिंह मीशा बारे देख लईए भी की कुछ दे रखिया। लो बेटा जी, सोहन सिंह मीशे दीयां गल्लां तां सोहन सिंह मीशे दे नाल ही है। अमृता प्रीतम, प्रीतम सिंह सफीर, हरभजन सिंह ते शिव कुमार बटालवी आ गया जी। सोहन सिंह मीशा चुरस्ता 1961 ਦੇ ਵਿੱਚ ਇਹਦਾ ਕਾਵ ਸੰਗ੍ਰਹਿ ਛਪਿਆ ਸੀਗਾ ਚੁਰਸਤਾ। ਦਸਤਕ 1966, ਕੱਚ ਦੇ ਵਸਤਰ 1974 ਦੇ ਵਿੱਚ ਛਪਿਆ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਕੱਚ ਦੇ ਵਸਤਰ। ਤੇ ਧੀਮੇ ਬੋਲ 1972 ਹੈ, ਕੱਚ ਦੇ ਵਸਤਰ ਬਾਅਦ ਵਿੱਚ ਹੈ 1974। ਆਧੁਨਿਕ ਮਨੁੱਖ ਦੀ ਭਟਕਣਾ ਨੂੰ ਸਿਰਜਣ ਵਾਲਾ ਕਵੀ ਕੌਣ ਹੈ? ਆਧੁਨਿਕ ਮਨੁੱਖ ਦੀ ਭਟਕਣਾ मतलब कि इस गल उस नाल ही भटकदा कौन है? मैं तुहानूं दस्सिया सी आधुनिक युग दे विच मिडल क्लास बंदा जिहड़ा जिहड़ा मध्य वर्ग वाला आदमी है वह भटकदा है, क्योंकि वो रोजी रोटी की खातर वो जिहड़ी आपां कविता पढ़ी सी ना भी दो पल होर खलो वे राहिया दो पल कोल खरो, धरती दे बोल जिहड़ी कविता पढ़ी सी ते उहदे विच आधुनिक मनुख की भटकण की गल ही तां कीती सी। परंपरिक विचार प्रबंधां दा तिड़क जाना, नवीं परिस्थिति विच परंपरिक विचार मुल्लां दी विसंगति होनी, नवीं पेश चुनौतियां कविता का विशा हैं। क्योंकि उन्होंने समयां दे विच की सी, उन्होंने टाइमां दे विच की सी कि आधुनिक युग दे विच जदों आधुनिक युग जदों कवि सोहन सिंह मीशा अपनियां रचनावां कर रहा सी, उस समय की सी एक प्रयोगशील लहर चली जाती सी, कोई प्रगतिवादी लहर नूं फड़ के बैठा सी। ते उस स्थिति दे विच जिहड़ा मध्य वर्गी बंदा सीगा, जिहड़ा मध्य वर्गी मनुख सीगा, मध्य श्रेणी वाला सीगा, उहदे परंपरिक विचार प्रबंध तिड़क गए। जिहड़े परंपरागत विचार सीगे वो मध्य वर्गी लोकां दे अंदर तिड़के, नवीं परिस्थिति विच परंपरिक विचार मुल्लां दी विसंगति हो गई। जिहड़े पुराने समयां तो परंपरिक विचार चले आ रहे सी वो नवीं जदों आधुनिकता आई तो उहदे नाल उन्हां दी विसंगति हो गई, वो उस नाल मेल नहीं खा सके। उस परिस्थिति नूं पेश करने वाला कौन है? सोहन सिंह मीशा। नवीं चुनौतियां पेश होईयां क्योंकि पुराने पारंपरिक मुल ते नवीं चुनौतियां आपस दे विच संतुलन नहीं बैठा सकियां। कोई तो कहे जी मैं पूजा करूँगा रब दी, वो कहंदे ना रब हुंदा ही।
ਕਿਉਂਕਿ ਜਦੋਂ ਆਹ ਸਿਗਮੰਡ ਫਰਾਇਡ ਨੇ ਮਨੋਵਿਸ਼ਲੇਸ਼ਣਵਾਦ ਦੇ ਸਿਧਾਂਤ ਦਿੱਤਾ ਆਧੁਨਿਕ ਯੁੱਗ ਦੇ ਵਿੱਚ, ਵਿਕਾਸਵਾਦੀ ਸਿਧਾਂਤ ਜਦੋਂ ਦਿੱਤਾ, ਤੇ ਇੱਕ ਉਹ ਜਿਹੜਾ ਹੈਗਾ ਜਿਹੜਾ ਉਹ ਜਿਹਨੇ ਕਿਹਾ ਵੀ ਬੰਦੇ ਦਾ ਵਿਕਾਸ ਹੈ ਜਿਹੜਾ ਉਹ ਬੰਦਾ ਬਾਂਦਰ ਤੋਂ ਅੱਗੇ ਪੈਦਾ ਹੋਇਆ, ਮਤਲਬ ਬੰਦਾ ਬਣਿਆ, ਤੇ ਉਹਨੇ ਤਾਂ ਜਮਾਂ ਹੀ ਕਹਿਤਾ ਵੀ ਉਹਨੇ ਤਾਂ ਸਿਰਾ ਹੀ ਕਰਾਤਾ ਵੀ ਉਹ ਤਾਂ ਕਹਿੰਦਾ ਵੀ ਬੰਦਾ ਜਿਹੜਾ ਉਹ ਰੱਬ ਦੀ ਅੰਸ਼ ਹੈ ਹੀ ਨਹੀਂਗਾ। ਉਸ ਵਿਗਿਆਨਿਕ ਨੇ ਤਾਂ ਖਤਮ ਹੀ ਕਰਤਾ ਕਹਾਣੀ ਸਾਰੀ। ਤਾਂ ਫਿਰ ਉਸ ਵਿਸੰਗਤੀ ਪੈਦਾ ਹੋ ਗਈ ਵੀ ਲੋਕਾਂ ਨੂੰ ਵੀ ਐ ਹੋ ਗਿਆ, ਕੋਈ ਤਾਂ ਉਧਰ ਨੂੰ ਜਾਣ ਵਾਲਾ ਹੋ ਗਿਆ, ਕੋਈ ਪਰੰਪਰਾਗਤ ਮੁੱਲਾਂ ਵਾਲਾ ਹੋ ਗਿਆ। ਪਾਰੰਪਰਿਕ ਪਿਆਰ ਤੇ ਆਧੁਨਿਕ ਪਿਆਰ ਦੇ ਤਣਾਅ ਨੂੰ ਪੇਸ਼ ਕਰਨ ਵਾਲਾ ਕੌਣ ਹੈ ਜੀ? ਉਹ ਹੈਗਾ ਜੀ ਸੋਹਣ ਸਿੰਘ ਮੀਸ਼ਾ। ਪਾਰੰਪਰਿਕ ਪਿਆਰ ਹੈ ਜਿਹੜਾ ਉਹਦੀਆਂ ਪ੍ਰਸਥਿਤੀਆਂ ਹੋਰ ਹੈ, ਆਧੁਨਿਕ ਪਿਆਰ ਦੀਆਂ ਪ੍ਰਸਥਿਤੀਆਂ ਹੋਰ ਹੈ। ਪਾਰੰਪਰਿਕ ਪਿਆਰ ਨੂੰ ਦੱਸਣ ਵੇਲੇ ਬੜਾ ਟਾਈਮ ਲੱਗ ਜਾਂਦਾ ਹੁੰਦਾ ਸੀ। ਪਾਰੰਪਰਿਕ ਪਿਆਰ ਸੀ ਜਿਹੜਾ, ਤਾਂ ਉਹਦੇ ਵਿੱਚ ਕੀ ਹੈ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਰਾਂਝੇ ਦਾ ਪਿਆਰ ਹੀਰ ਦੇ ਨਾਲ, ਉਹਦੇ ਵਿੱਚ ਰਾਂਝਾ ਜਿਹੜੀਆਂ ਉਹਦੀਆਂ ਉਹ ਮਤਲਬ ਕੀ ਹੈ ਵੀ ਉਹਦੇ ਘਰੇ ਚਾਕ ਵੀ ਬਣ ਕੇ ਰਹਿੰਦਾ, ਨੌਕਰ ਵੀ ਬਣ ਕੇ ਰਹਿੰਦਾ। ਅਤੇ ਹੁਣ ਕੀ ਹੈ ਵੀ ਹੁਣ ਉਹ ਪਿਆਰ ਨਹੀਂ, ਹੁਣ ਆਧੁਨਿਕ ਪਿਆਰ ਹੈ। ਉਹ ਮਤਲਬ ਕੀ ਹੈ ਵੀ ਉਹ ਇੰਟਰਨੈਟ ਤੋਂ ਸ਼ੁਰੂ ਹੋ ਕੇ ਇੰਟਰਨੈਟ ਦੇ ਵਿੱਚ ਖ਼ਤਮ ਹੈ। ਇਹ ਆਧੁਨਿਕ ਪਿਆਰ ਹੈ। ਕਿਆ ਹੋ ਗਿਆ ਨਾ ਵੀ ਦੋਨਾਂ ਦੇ ਵਿੱਚ ਇੱਕ ਤਣਾਅ ਨੂੰ ਪੇਸ਼ ਕਰਨ ਵਾਲਾ ਕੌਣ ਹੈ? ਸੋਹਣ ਸਿੰਘ ਮੀਸ਼ਾ। ਇਸਤਰੀ ਮਰਦ ਸੰਬੰਧਾਂ ਬਾਰੇ ਕਵਿਤਾ ਲਿਖਣ ਵਾਲਾ ਇਹ ਵੀ ਸੋਹਣ ਸਿੰਘ ਮੀਸ਼ਾ ਹੀ ਹੈ। ਆਧੁਨਿਕ ਮਨੁੱਖ ਦੀ ਅੰਦਰਲੀ ਭਟਕਣਾ ਨੂੰ ਪੇਸ਼ ਕਰਨ ਵਾਲਾ, ਗੱਲਾਂ ਵਾਰੀ ਉਹ ਹੀ ਆ ਰਹੀਆਂ, ਚੇਤੇ ਰੱਖਣੀਆਂ, ਇਹਦੇ ਵਿੱਚੋਂ ਪ੍ਰਸ਼ਨ ਬਣੂਗਾ ਪੱਕਾ। ਮੱਧ ਸ਼੍ਰੇਣੀ ਦੰਭ, ਬੇਪ੍ਰਤੀਤੀ ਭਟਕਣਾ, ਤਲਾਸ਼ ਤੇ ਦੋਗਲੇ ਕਾਰ ਵਿਹਾਰ ਦਾ ਸੂਖਮ, ਤੰਜਮਈ ਤੇ ਟਕੋਰ ਵਿਧੀ ਦੁਆਰਾ ਪਰਦਾਫਾਸ਼ ਕਰਨ ਵਾਲਾ ਸ਼ਾਇਰ। ਸੂਖਮ ਮਨੋਵਿਸ਼ਲੇਸ਼ਣ ਯੁਗਤਾ ਰਾਹੀਂ ਮੱਧ ਸ਼੍ਰੇਣਿਕ ਔਰਤ ਮਰਦ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਦੇ ਦੋਗਲੇ ਰਿਸ਼ਤੇ ਦੀਆਂ ਪਰਤਾਂ ਫਰੋਲਦਾ ਹੈ। ਇਹਨੂੰ ਸੂਖਮ ਮਨੋਵਿਸ਼ਲੇਸ਼ਣਵਾਦੀ ਵਿਧੀ ਦੁਆਰਾ ਇਸ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਇਹ ਕਵਿਤਾ ਦੇ ਵਿੱਚ ਜਿਵੇਂ ਮੱਧ ਸ਼੍ਰੇਣੀ ਦੇ ਜਿਹੜੇ ਮਰਦ ਔਰਤ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਦੇ ਦੋਗਲੇ ਰਿਸ਼ਤੇ ਜਿਹੜੇ ਮਤਲਬ ਕੀ ਆ ਵੀ ਉਹ ਰਿਸ਼ਤੇ ਆ ਜਿਹੜੇ ਉਹਨਾਂ ਦੇ ਵਿੱਚ ਯਥਾਰਥ ਨਹੀਂ ਹੈ, ਉਹਨਾਂ ਨੂੰ ਯਥਾਰਥ ਦੇ ਆਧਾਰ 'ਤੇ ਸਿਰਜਣ ਵਾਲਾ ਸ਼ਾਇਰ ਕਵੀ ਕੌਣ ਹੈ? ਸੋਹਣ ਸਿੰਘ ਮੀਸ਼ਾ। ਨਜ਼ਮਾਂ ਲਿਖੀਆਂ, ਗਜ਼ਲਾਂ ਲਿਖੀਆਂ, ਖੁੱਲ੍ਹੀ ਕਵਿਤਾ ਵੀ ਲਿਖੀ ਹੈ। ਜਿਹੜੀ ਆਪਾਂ ਪੜ੍ਹੀ ਹੈ ਦੁਸ਼ਮਣੀ ਦੀ ਦਾਸਤਾਨ, ਉਹ ਖੁੱਲ੍ਹੀ ਕਵਿਤਾ ਹੈ। ਕਵਿਤਾਵਾਂ ਵਿੱਚ ਪਿਆਰ ਅਤੇ ਕਾਮ ਆਪਸ ਦੇ ਵਿੱਚ ਰਲਗੱਡ ਹੋ ਗਏ ਹਨ। ਪਿਆਰ ਹੈ ਜਿਹੜਾ ਤੁਸੀਂ ਐਵੇਂ ਸਮਝੋ ਵੀ ਉਹਦਾ ਸੰਬੰਧ ਪਰੰਪਰਾ ਦੇ ਨਾਲ ਹੈ ਅਤੇ ਕਾਮ ਦਾ ਸੰਬੰਧ ਆਧੁਨਿਕਤਾ ਦੇ ਨਾਲ ਹੈ। ਕਿਉਂਕਿ ਕਾਮ ਦੀ ਗੱਲ ਸਿੱਧੀ ਕਰ ਦਿੱਤੀ ਜਦੋਂ ਮਨੋਵਿਸ਼ਲੇਸ਼ਣਵਾਦ ਸਿਗਮੰਡ ਫਰਾਇਡ ਨੇ ਜਦੋਂ ਡਾਇਰੈਕਟ ਗੱਲ ਕੀਤੀ, ਤਾਂ ਉਦੋਂ ਉਸ ਚੀਜ਼ ਦਾ ਪ੍ਰਭਾਵ ਸਾਡੇ ਆਧੁਨਿਕ ਕਵੀਆਂ 'ਤੇ ਵੀ ਪਿਆ। ਉਸ ਚੀਜ਼ ਦਾ ਪ੍ਰਭਾਵ ਸੋਹਣ ਸਿੰਘ ਮੀਸ਼ੇ ਨੇ ਵੀ ਕਬੂਲਿਆ। ਇਸੇ ਕਰਕੇ ਤਾਂ ਉਸਨੇ ਪਿਆਰ ਅਤੇ ਕਾਮ ਦਾ ਆਪਸ ਵਿੱਚ ਰਲਗੱਡ ਕਰਕੇ ਹੋਰ ਕਿਹੜੀਆਂ ਪ੍ਰਸਿੱਧ ਕਵਿਤਾਵਾਂ ਦੇਖ ਲਓ। ਇੱਕ ਕਵੀ, ਇੱਕ ਚੀਕ ਬੁਲਬੁਲੀ, ਇੱਕ ਸ਼ੁਭ ਇੱਛਾਵਾਂ, ਇਹ ਪ੍ਰਸਿੱਧ ਕਵਿਤਾਵਾਂ। ਮੰਨ ਲਓ ਪ੍ਰਸ਼ਨ ਅੱਜ ਵੀ ਚੀਕ ਬੁਲਬੁਲੀ ਕਵਿਤਾ ਕਿਹਦੀ ਰਚੀ ਹੋਈ ਹੈ, ਤਾਂ ਉੱਤਰ ਇਹਦਾ ਤੁਹਾਨੂੰ ਪਤਾ ਹੀ ਹੋਊਗਾ, ਸੋਹਣ ਸਿੰਘ ਮੀਸ਼ਾ। ਲਓ ਜੀ ਅਗਲਾ ਕਵੀ, ਤੁਹਾਨੂੰ ਪਤਾ ਅਗਲਾ ਕਵੀ ਤਾਂ ਆਹ ਹੀ ਪੜ੍ਹਨਾ ਇੱਕ ਵਾਰੀ, ਤਾਂ BA ਦੇ ਵਿੱਚ ਵੀ ਦੇ ਰੱਖਿਆ। BA ਦੇ ਵਿੱਚ ਤਿਆਰ ਰਹੋ ਥੋੜ੍ਹਾ ਜਿਹਾ, ਮੈਂ ਤੁਹਾਨੂੰ ਦੱਸ ਦਿੰਦਾ ਵੀ BA ਦੇ ਵਿੱਚ ਆਪਾਂ ਇਹਦੇ ਕੀ ਪੜ੍ਹਨੇ। ਸ਼ਿਵ ਕੁਮਾਰ ਬਟਾਲਵੀ ਤਾਂ ਪੜ੍ਹ ਲਾਂਗੇ ਆਪਾਂ। ਇਸ ਤੋਂ ਬਾਅਦ ਇੱਕ ਤਾਂ ਚੁਰਸਤਾ ਪੜ੍ਹਾਂਗੇ। ਤੁਹਾਨੂੰ ਪਤਾ ਹੀ ਹੈ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਚੁਰਸਤਾ, ਅਤੇ ਉਹਦੇ ਵਿੱਚ ਜਿਹੜੀ ਸੀਗੀ ਕਵਿਤਾ ਚੁਰਸਤਾ। ਇੱਕ ਪ੍ਰਾਹੁਣੀ, ਸਾਡੇ ਘਰ ਅੱਜ ਪ੍ਰਾਹੁਣੀ ਆਈ, ਇਹ ਵੀ ਚੁਰਸਤਾ। ਅਤੇ ਇੱਕ ਪ੍ਰਿਜ਼ਮ ਕਵਿਤਾ ਦਸਤਕ ਦੇ ਵਿੱਚੋਂ ਲਈ ਗਈ ਹੈ, ਅਤੇ ਇੱਕ ਲੀਕ ਕਵਿਤਾ ਇਹ ਕੱਚ ਦੇ ਵਸਤਰ ਤੋਂ ਲਈ ਗਈ। ਦੋ ਕਵਿਤਾਵਾਂ ਚੁਰਸਤਾ ਅਤੇ ਪ੍ਰਾਹੁਣੀ, ਇਹ ਤਾਂ ਚੁਰਸਤਾ ਕਾਵਿ ਸੰਗ੍ਰਹਿ 'ਚੋਂ ਲਈਆਂ ਗਈਆਂ। ਇੱਕ ਕਵਿਤਾ ਹੈਗੀ ਹੈ ਪ੍ਰਿਜ਼ਮ, ਇਹ ਦਸਤਕ ਕਾਵਿ ਸੰਗ੍ਰਹਿ 'ਚੋਂ ਲਈ ਗਈ ਹੈ। ਇੱਕ ਕਵਿਤਾ ਹੈਗੀ ਹੈ ਲੀਕ, ਅਤੇ ਇਹ ਹੈਗੀ ਹੈ ਜੀ ਕੱਚ ਦੇ ਵਸਤਰ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਇਹਨਾਂ ਦੀ ਆਪਾਂ ਗੱਲ ਅਗਲੀ ਜਮਾਤ ਦੇ ਵਿੱਚ ਕਰਾਂਗੇ ਜੀ। ਮਿਲਦੇ ਹਾਂ ਜਲਦੀ। ਸਤਿ ਸ੍ਰੀ ਅਕਾਲ।